ਤਾਂ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ ਵੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜੋ ਸਾਡੀ, ਉਹਦੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸੀ ਲੋਕਡਾਊਨ ਦੇ ਲਈ ਉਸ ਤੋਂ ਪਹਿਲਾਂ, ਖੁਦ ਚੇਅਰਪਰਸਨ ਪ੍ਰਧਾਨ ਮੰਤਰੀ PM ਆ ਸਾਡੇ ਜੋ ਨਰਿੰਦਰ ਮੋਦੀ ਜੀ, ਉਹ ਕਿਸੇ ਵੀ ਮੀਟਿੰਗ 'ਚ ਸ਼ਾਮਲ ਨਹੀਂ ਸੀ ਜੀ। ਨੀਤੀ ਆਯੋਗ ਦੀ ਅਫੀਸ਼ੀਅਲ ਸਟੇਟਮੈਂਟ ਤਾਂ ਇਹ ਕਹਿ ਰਹੀ ਆ, ਕਿਉਂਕਿ ਉਹ ਕਹਿਣੀ ਪੈਣੀ ਸੀ, ਕਿਉਂਕਿ ਉਹ RTI ਦੇ ਅਧੀਨ ਉਹਨਾਂ ਨੂੰ ਸੱਚ ਬੋਲਣਾ ਪੈਣਾ ਸੀ, ਪਰ ਜੋ ਉਹਦੇ ਉਪ ਅਧਿਆਕਸ਼ ਆ ਉਹ ਸਾਡੇ PM ਦੇ ਹਿਸਾਬ ਨਾਲ ਬੋਲ ਰਹੇ ਆ, ਜਾਂ ਕੁਛ ਵੀ ਕਹਿ ਲਓ ਵੀ ਉਹਨਾਂ ਦੀਆਂ ਗੱਲਾਂ ਤੇ ਅਫੀਸ਼ੀਅਲ ਸਟੇਟਮੈਂਟ ਇੱਕ ਦੂਜੇ ਨਾਲ ਮੈਚ ਨਹੀਂ ਹੋ ਰਹੀ। ਤਾਂ ਜੋ ਵੀ ਦੇਸ਼ ਦਾ ਫੈਸਲਾ ਲੈਣਾ ਸਾਡੀ ਸੈਂਟਰਲ ਗੌਰਮੈਂਟ ਨੇ ਲੈਣਾ, ਉਹਦੀ ਜਾਣਕਾਰੀ ਸੂਬਿਆਂ ਨੂੰ ਹੋਣੀ ਚਾਹੀਦੀ ਆ, ਤਾਂ ਕਿ ਉਹ ਫੈਸਲਾ ਸੂਬਿਆਂ ਦੇ ਵਿੱਚ ਚੰਗੀ ਤਰ੍ਹਾਂ ਇੰਪਲੀਮੈਂਟ ਹੋ ਸਕੇ। ਅਸਾਮ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਕਾਰਿਆਵਾਸ ਨੇ ਰਿਟਨ 'ਚ ਅਸੈਪਟ ਕੀਤਾ ਕਿ ਉਹਨਾਂ ਨੂੰ 24 ਮਾਰਚ ਤੋਂ ਇੱਕ ਦਿਨ ਪਹਿਲਾਂ ਵੀ ਲੋਕਡਾਊਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਦੇਸ਼ ਦੇ ਵਿੱਚ ਵੱਡਾ ਲੋਕਡਾਊਨ ਹੋਣ ਜਾ ਰਿਹਾ। 80% ਸਾਡਾ ਦੇਸ਼ ਅਨਆਰਗੇਨਾਈਜ਼ਡ ਸੈਕਟਰ ਤੇ ਚੱਲ ਰਿਹਾ। ਅਨਆਰਗੇਨਾਈਜ਼ਡ ਤੋਂ ਭਾਵ ਜੋ ਲੋਕ ਖੁਦ ਦੇ ਬੇਸਿਸ ਤੇ ਕੰਮ ਕਰਦੇ ਆ। 1232 ਕਿਲੋਮੀਟਰ, ਉਹ ਇੱਕ ਮਜ਼ਦੂਰ ਦੀ ਲੜਕੀ ਦੇ ਆਧਾਰ ਤੱਕ ਉਹ ਸਾਈਕਲ ਚਲਾ ਕੇ 1232 ਕਿਲੋਮੀਟਰ ਦਾ ਸਫ਼ਰ ਉਹਨੇ ਤੈਅ ਕੀਤਾ। ਜਿਹੜੇ ਵੀ ਕਹਿੰਦੇ ਅਸੀਂ DCs ਨਾਲ ਕੰਮ ਕਰਦੇ ਸੀ ਜਾਂ ਲੋਕਲ ਅਥਾਰਟੀਜ਼ ਨਾਲ ਕੰਮ ਕਰਦੇ ਸੀ, ਉਹਨਾਂ ਅਥਾਰਟੀਜ਼ ਨੂੰ ਹੀ ਨਹੀਂ ਸੀ ਪਤਾ ਹੁੰਦਾ ਵੀ ਅਸੀਂ ਅਗਲੇ 24 ਘੰਟਿਆਂ 'ਚ ਕੀ ਐਕਸ਼ਨ ਲੈਣਾ ਜਾਂ ਲੋਕਡਾਊਨ ਦੀ ਰਣਨੀਤੀ ਕੀ ਹੋਊਗੀ। ਪੰਜਾਬ ਸਟਾਰ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਤੇ ਅੱਜ ਹਾਜ਼ਰ ਹੈ ਜੀ ਅਸੀਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ, ਤੇ ਉਹ ਮੁੱਦੇ ਹੁੰਦੇ ਆ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਵਾਹ ਵਸਤਾ ਹੁੰਦੇ ਆ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ, ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਵਿੱਚ ਹਮੇਸ਼ਾ ਦੀ ਤਰ੍ਹਾਂ ਫਿਰ ਤੋਂ ਅੱਜ ਸ਼ਾਮਿਲ ਹੈ ਜੀ ਪਰਮਜੀਤ ਸੇਠੀ ਜੀ। ਤੇ ਅੱਜ ਦਾ ਜਿਹੜਾ ਵਿਸ਼ਾ ਸਾਡਾ ਉਹ ਬੜਾ ਗੰਭੀਰ ਜਿਹਾ ਵਿਸ਼ਾ ਹੈ। ਪਿਛਲੇ ਜਿਹੜਾ ਸਾਲ ਸੀ 2020, ਉਹਦੇ ਵਿੱਚ ਕਰੋਨਾ ਮਹਾਮਾਰੀ ਨੇ ਭਾਰਤ ਦੇ ਵਿੱਚ ਦਸਤਕ ਦਿੱਤੀ ਸੀ, ਤੇ 24 ਮਾਰਚ ਨੂੰ 2020 ਨੂੰ ਪੂਰੇ ਭਾਰਤ ਵਿੱਚ ਇੱਕਦਮ 4 ਘੰਟਿਆਂ ਦੇ ਡਿਸਟੈਂਸ ਤੇ 4 ਘੰਟਿਆਂ ਦੇ ਨੋਟਿਸ ਦੇ ਉੱਪਰ ਪੂਰੇ ਭਾਰਤ ਵਿੱਚ ਲੋਕਡਾਊਨ ਕਰ ਦਿੱਤਾ ਗਿਆ ਸੀ। ਹਾਲਾਂਕਿ ਪਹਿਲਾਂ ਤਾਂ ਇਹ ਕਿਹਾ ਗਿਆ ਸੀ ਕਿ ਇਹ ਸਿਰਫ 21 ਦਿਨਾਂ ਦਾ ਹੀ ਲੋਕਡਾਊਨ ਹੋਊਗਾ ਤੇ ਇਸ ਲੋਕਡਾਊਨ ਤੋਂ ਬਾਅਦ ਜ਼ਿੰਦਗੀ ਨਾਰਮਲ ਹੋ ਜੂਗੀ, ਪਰ ਹਲੇ ਤੱਕ ਵੀ ਭਾਰਤ ਦੇ ਬਹੁਤ ਸਾਰੇ ਰਾਜ, ਭਾਰਤ ਦੇ ਬਹੁਤ ਸਾਰੇ ਜ਼ਿਲ੍ਹੇ ਲੋਕਡਾਊਨ ਦੀ ਸਥਿਤੀ ਦੇ ਵਿੱਚ ਗੁਜ਼ਰ ਰਹੇ ਆ ਤੇ ਉਹ ਕਰੋਨਾ ਮਹਾਮਾਰੀ ਦੇ ਨਾਲ ਲੜ ਰਹੇ ਆ। ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜਿਹੜਾ ਲੋਕਡਾਊਨ ਲਗਾਇਆ ਗਿਆ ਸੀ, ਉਹ ਲੋਕਡਾਊਨ ਕੀ ਕਿਸੇ ਨਾਲ ਸਲਾਹ ਮਸ਼ਵਰਾ ਕਰਕੇ ਲਗਾਇਆ ਗਿਆ ਸੀ, ਜਾਂ ਕਿੰਨਾਂ ਸਥਿਤੀਆਂ ਦੇ ਵਿੱਚ ਲਗਾਇਆ ਗਿਆ ਸੀ, ਜਾਂ ਕਿ ਸਿਰਫ ਇੱਕ ਹੜਬੜਾਹਟ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀ। ਭਾਰਤ ਦੀ ਸਰਕਾਰ ਨੇ ਲੋਕਾਂ ਦਾ ਕਿੰਨਾ ਕੁ ਖਿਆਲ ਰੱਖਿਆ ਸੀ? ਉਹਦੇ ਵਿੱਚ ਉਹ ਫੋਟੋਆਂ ਦੇਖੀਆਂ, ਤਸਵੀਰਾਂ ਦੇਖੀਆਂ, ਪੈਦਲ ਗਏ ਲੋਕ, ਜਿਹੜੇ ਰੋਡ ਪੈਦਲ ਜਾਂਦੇ ਜਾਂਦੇ ਕਈਆਂ ਦੀਆਂ ਜਾਨਾਂ ਚਲੀਆਂ ਗਈਆਂ, ਬੱਸਾਂ ਤੇ ਬੱਸ ਸਟੈਂਡਾਂ ਤੇ ਕਿੰਨੇ ਇਕੱਠ ਹੋਏ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ। ਉਹ ਬਹੁਤ ਸਾਰਾ ਖਤਰਨਾਕ ਜਿਹੜਾ ਸਥਿਤੀਆਂ ਬਣੀਆਂ, ਉਹਦੇ ਬਾਰੇ ਅੱਜ ਖੁੱਲ੍ਹ ਕੇ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ ਪਰਮਜੀਤ ਸੇਠੀ ਜੀ ਦਾ। ਪਰਮਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਚੜ੍ਹਦੀ ਕਲਾ 'ਚ ਹੋਵਾਂਗੇ। ਸਤਿ ਸ਼੍ਰੀ ਅਕਾਲ ਨੀਟਾ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਜੋ ਤੁਸੀਂ ਮੁੱਦਾ ਚੁਣਿਆ ਲੋਕਡਾਊਨ, ਕਾਫੀ ਗੰਭੀਰ ਮੁੱਦਾ। ਅਸੀਂ 1 ਸਾਲ ਤੋਂ ਭਾਰਤ ਵਾਸੀ ਇਹਦੇ ਨਾਲ ਜੂਝ ਰਹੇ ਹਾਂ। ਜੂਝ ਰਹੇ ਸ਼ਬਦ ਦਾ ਮੈਂ ਤਾਂ ਇਸਤੇਮਾਲ ਕਰ ਰਿਹਾ ਵੀ 1 ਸਾਲ ਦੇ ਵਿੱਚ ਸਾਰੇ ਭਾਰਤੀਆਂ ਦੀ, ਚਾਹੇ ਉਹ ਬਹੁਤ ਗਰੀਬ, ਚਾਹੇ ਉਹ ਬਹੁਤ ਅਮੀਰ ਫੈਮਿਲੀ ਨਾਲ ਬਿਲੋਂਗ ਕਰਦਾ, ਸਭ ਦੀ ਜੀਵਨ ਸ਼ੈਲੀ 'ਤੇ ਬਹੁਤ ਡੂੰਘਾ ਅਸਰ ਪਿਆ। ਤਬਦੀਲ ਹੋ ਗਈ ਆ ਜੀਵਨ ਸ਼ੈਲੀ ਬਿਲਕੁਲ ਹੀ। ਅਸੀਂ ਸਵੇਰੇ ਉੱਠ ਕੇ ਸ਼ਾਮ ਨੂੰ ਕੰਮ 'ਤੇ ਜਾਣ ਦੀ ਇੱਕ ਰੂਟੀਨ 'ਤੇ ਬੱਝੇ ਹੋਏ ਸੀ, ਪਰ ਲੋਕਡਾਊਨ ਨੇ ਤਕਰੀਬਨ ਸਵੇਰੇ ਉੱਠਣ ਦੇ ਟਾਈਮ ਤੋਂ ਲੈ ਕੇ ਰਾਤ ਨੂੰ ਸੌਣ ਦੇ ਟਾਈਮ 'ਚ ਸਾਡੀ ਤਬਦੀਲੀ ਲਿਆਤੀ। ਅਸੀਂ ਕਿਵੇਂ ਬਾਹਰ ਨਿਕਲਣਾ, ਕਿੰਨੇ ਬੰਦਿਆਂ 'ਚ ਰਹਿਣਾ, ਕਿਵੇਂ ਨਹੀਂ ਨਿਕਲਣਾ, ਜੋ ਵੀ ਅਸੀਂ ਕਰਨਾ ਸਾਨੂੰ ਹਦਾਇਤਾਂ ਦੇ ਅੰਡਰ ਰਹਿ ਕੇ ਕਰਨਾ ਪੈ ਰਿਹਾ ਸੀ। ਤੇ ਅੱਜ ਵੀ ਖੈਰ ਲੋਕਡਾਊਨ ਵੱਧ ਹੀ ਹੋਇਆ, ਘੱਟ ਤਾਂ ਨਹੀਂ ਹੋਇਆ। ਜਿਵੇਂ ਅਸੀਂ ਸਮੀਖਿਆ 'ਚ ਸੁਣ ਰਹੇ ਹਾਂ, ਦੇਸ਼ ਨੂੰ ਬਹੁਤ ਸਾਰੇ ਇਹਦੇ ਨੁਕਸਾਨ ਵੀ ਝੱਲਣੇ ਪਏ ਆ। ਅੱਜ ਬਹੁਤ ਸਾਰੇ ਮੇਰੇ ਕੋਲ ਅੰਕੜੇ ਆ ਜੋ ਮੈਂ ਤੁਹਾਡੇ ਨਾਲ ਅੱਗੇ ਪੇਸ਼ ਕਰੂੰਗਾ ਕਿ ਕਿਵੇਂ ਗੌਰਮੈਂਟ ਨੇ ਕਿਹਨਾਂ ਦੀ ਸਲਾਹ ਲੈ ਕੇ ਜਾਂ ਕਿਹਨਾਂ ਦੀ ਸਲਾਹ ਲਏ ਬਗੈਰ ਲੋਕਡਾਊਨ ਲਾਗੂ ਕੀਤਾ ਸੀ, ਤੇ ਉਹਦੇ ਕਿਹੜੇ ਚੰਗੇ ਤੇ ਮਾੜੇ ਅਸਰ ਸਾਡੇ ਦੇਸ਼ ਤੇ ਪਏ ਆ। ਪਰਮਜੀਤ ਜੀ, ਆਪਾਂ ਲੋਕਡਾਊਨ ਦੀ ਜਦੋਂ ਗੱਲ ਕਰਦੇ ਹਾਂ, ਦੇਸ਼ ਦੇ ਵਿੱਚ ਉਦੋਂ 500 ਕੇਸ ਸੀਗੇ ਕਰੋਨਾ ਦੇ। ਜੀ ਬਿਲਕੁਲ। ਤੇ ਜਦੋਂ ਪੂਰੇ ਦੇਸ਼ ਨੂੰ ਇੱਕ ਕਹਿ ਲਈਏ ਜੇਲ੍ਹ ਬਣਾਤਾ, ਜਾਂ ਇਹ ਕਹਿ ਦਈਏ ਵੀ ਇੱਕ ਪਿੰਜਰਾ ਬਣਾਤਾ, ਚਲੋ ਜੇਲ੍ਹ ਸ਼ਬਦ ਆਪਾਂ ਨਾ ਵਰਤੀਏ, ਪਿੰਜਰਾ ਬਣਾ ਦਿੱਤਾ ਗਿਆ ਤੇ ਉਹਦੇ ਵਿੱਚ ਲੋਕਾਂ ਨੂੰ ਤਾੜਤਾ। ਜੀ ਬਿਲਕੁਲ। ਤੇ ਇਹ ਫੈਸਲਾ
ਕਿਵੇਂ ਲਈ ਆ ਲਿਆ ਸਰਕਾਰਾਂ ਨੇ? ਕੀ ਕਿਸੇ ਤੋਂ ਸਲਾਹ ਲਈ ਜਾਂ ਕਿਸੇ ਕੋਈ ਗਾਈਡਲਾਈਨਸ ਦੀ ਜਿਹੜੀ ਫੋਲੋ ਕੀਤੀਆਂ ਗਈਆਂ? ਜੀ। ਤੇ ਇਹ ਕੀ ਕਹਾਣੀ ਵਾਪਰੀ ਹੈ ਸਾਰੀ? ਜਿਵੇਂ ਤੁਸੀਂ ਗੱਲ ਕੀਤੀ ਤਾੜਨ ਦੀ, ਜਾਂ ਪਹਿਲਾਂ ਸਾਡੇ 500 ਕੇਸ ਸੀ, ਤਕਰੀਬਨ ਜਨਵਰੀ ਤੋਂ 24 ਮਾਰਚ ਦੇ ਦਰਮਿਆਨ ਸਾਡੀ ਜੋ ਹੈਲਥ ਮਿਨਿਸਟਰੀ ਸੀ, ਉਹਨਾਂ ਦੇ ਸਚਿਵ ਨੇ ਇੱਕ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿਤਾ ਸੀ ਕਿ ਅਸੀਂ ਕਰੋਨਾ ਦੀ ਮਹਾਮਾਰੀ ਤੋਂ ਸੇਫ। ਸਾਡੀ ਹੈਲਥ ਮਿਨਿਸਟਰੀ ਨੇ ਦੇਸ਼ ਨੂੰ ਸੇਫ ਘੋਸ਼ਿਤ ਕਰਤਾ ਸੀਗਾ। ਹਾਲਾਂਕਿ ਚਾਈਨਾ ਦੇ ਵਿੱਚ ਉਦੋਂ ਸਾਡੇ ਨਾਲੋਂ ਕਿਤੇ ਜ਼ਿਆਦਾ ਕੇਸ ਤੇ ਮੌਤ ਦਰ ਬਹੁਤ ਜ਼ਿਆਦਾ ਸੀ, ਪਰ ਉਹਨਾਂ ਨੇ ਵੀ ਇੰਨਾ ਕੜਾ ਲੋਕਡਾਊਨ ਨਹੀਂ ਸੀ ਲਾਇਆ। 24 ਮਾਰਚ ਨੂੰ ਪਹਿਲੀ ਵਾਰੀ ਸਾਡੇ ਦੇਸ਼ 'ਚ ਲੋਕਡਾਊਨ ਲੱਗਿਆ ਤੇ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਰਿਪੋਰਟ ਆਈ ਸੀ ਜਿਹਦਾ ਨਾਮ ਸੀ COVID-19 ਗਵਰਨਮੈਂਟ ਰਿਸਪੌਂਸ ਗ੍ਰਾਫ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਕਿ ਭਾਰਤ ਦਾ ਲੋਕਡਾਊਨ ਦੁਨੀਆ ਦਾ ਸਭ ਤੋਂ ਕੜਾ ਲੋਕਡਾਊਨ ਆ। ਹਾਲਾਂਕਿ ਸਾਡੇ ਨਾਲੋਂ ਜ਼ਿਆਦਾ ਕੇਸ ਕਈ ਦੇਸ਼ਾਂ 'ਚ ਸੀ ਤੇ ਉਹਨਾਂ ਨੇ ਇੰਸਟੈਂਟ ਲੋਕਡਾਊਨ ਨਹੀਂ ਸੀ ਥੋਪਿਆ ਸਾਡੇ ਤੇ। ਜਿੱਥੋਂ ਤੱਕ ਸਲਾਹ ਮਸ਼ਵਰੇ ਦੀ ਗੱਲ ਆ ਜਾਂ ਗਾਈਡਲਾਈਨ ਫੋਲੋ ਕਰਨ ਦੀ ਗੱਲ ਆ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਇੱਕ ਮਹਿਕਮਾ ਸਾਡਾ, ਉਹਦੇ ਕੋਲ ਇਹਦੀ ਜ਼ਿੰਮੇਵਾਰੀ ਸੀ ਤੇ ਉਹਦੇ ਚੇਅਰਮੈਨ ਚੇਅਰਪਰਸਨ ਪ੍ਰਧਾਨ ਮੰਤਰੀ ਜੀ ਖੁਦ ਨੇ। ਮੈਂ BBC ਦੀ ਇੱਕ ਰਿਪੋਰਟ ਦਾ ਜ਼ਿਕਰ ਕਰਨਾ ਚਾਹੂੰਗਾ ਜਿਨ੍ਹਾਂ 'ਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਵੱਖ-ਵੱਖ ਮਹਿਕਮਿਆਂ 'ਚ RTI ਦੇ ਥਰੂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨਾ ਮਹਿਕਮਿਆਂ ਤੋਂ ਸਲਾਹ ਲਈ ਗਈ ਸੀ ਤੇ ਕਿੰਨਾ ਨਾਲ ਮੀਟਿੰਗਸ ਕੀਤੀਆਂ ਗਈਆਂ ਸੀ। ਤਾਂ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ ਵੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜੋ ਸਾਡੀ, ਉਹਦੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸੀ ਲੋਕਡਾਊਨ ਦੇ ਲਈ ਉਸ ਤੋਂ ਪਹਿਲਾਂ, ਖੁਦ ਚੇਅਰਪਰਸਨ ਪ੍ਰਧਾਨ ਮੰਤਰੀ PM ਆ ਸਾਡੇ ਜੋ ਨਰਿੰਦਰ ਮੋਦੀ ਜੀ, ਉਹ ਕਿਸੇ ਵੀ ਮੀਟਿੰਗ 'ਚ ਸ਼ਾਮਲ ਨਹੀਂ ਸੀ। ਇੱਕ ਬਹੁਤ ਵੱਡੀ ਅਣਗਹਿਲੀ ਕਹਿ ਲਓ ਜਾਂ ਕੁਛ ਵੀ ਇਹਨੂੰ ਤੁਸੀਂ ਕਹਿ ਸਕਦੇ ਆ ਵੀ ਖੁਦ ਚੇਅਰਪਰਸਨ ਤੇ ਜੋ ਸਾਡੇ ਦੇਸ਼ ਦੇ ਮੁਖੀਆ ਨੇ ਉਹ ਖੁਦ ਹੀ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਸੀ। ਫਿਰ ਗੱਲ ਆਉਂਦੀ ਹੈ ਗ੍ਰਹਿ ਮੰਤਰਾਲੇ ਦੀ। ਤਾਂ ਗ੍ਰਹਿ ਮੰਤਰਾਲੇ ਨੇ ਤੋਂ ਮਤਲਬ BBC ਨੇ ਜੋ ਸੂਚਨਾਵਾਂ ਮੰਗੀਆਂ ਕਿ ਲੋਕਡਾਊਨ ਤੋਂ ਪਹਿਲਾਂ ਕੀ ਚਰਚਾ ਹੋਈ ਸੀ ਗ੍ਰਹਿ ਮੰਤਰਾਲੇ 'ਚ, ਕੋਈ ਮੀਟਿੰਗ ਹੋਈ ਸੀ ਜਾਂ ਕੀ ਕੁਛ ਹੋਇਆ ਸੀ, ਤਾਂ ਉਹਨਾਂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇਹ ਸੂਚਨਾ ਗੋਪਨੀय ਆ, ਵੀ ਇਹ ਸੂਚਨਾ ਅਸੀਂ ਆਰਥਿਕ ਤੇ ਰਣਨੀਤਿਕ ਤੌਰ ਤੇ ਅਸੀਂ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ। ਹਾਲਾਂਕਿ ਜੋ ਵੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਉਹ RTI ਐਕਟ ਦੇ ਸੈਕਸ਼ਨ 5 ਦੇ ਅਧੀਨ ਕਿਹਾ ਸੀ ਕਿ ਉਹਨਾਂ ਕੋਲੇ ਅਧਿਕਾਰ ਹੈ ਕਿ ਅਸੀਂ ਇਹ ਜਾਣਕਾਰੀ ਤੁਹਾਡੇ ਤੋਂ ਲੁਕਾ ਸਕਦੇ ਹਾਂ ਜਾਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ। ਪਰ ਇੱਕ ਅੰਜਲੀ ਭਾਰਦਵਾਜ ਨਾਂ ਦੀ ਮਹਿਲਾ ਅਫਸਰ ਹੈ ਸਾਡੀ ਜੋ ਸਰਕਾਰੀ ਵਿਭਾਗਾਂ ਵਿੱਚ ਪਾਰਦਰਸ਼ਤਾ ਦਾ ਕੰਮ ਕਰਦੀ ਆ, ਸੈਂਟਰ ਲੈਵਲ ਦੀ ਅਫਸਰ ਆ ਉਹਨਾਂ ਨੇ ਵੀ ਮੰਨਿਆ ਕਿ ਇਹ ਜਾਣਕਾਰੀ ਅਸੈਪਟੇਬਲ ਨਹੀਂ ਹੈ। ਮਤਲਬ ਇਹ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਸੀ ਤੇ ਗਵਰਨਮੈਂਟ ਦਾ ਜੋ ਰਿਸਪੌਂਸ ਆਇਆ ਇਹਨੂੰ ਅਸੀਂ ਕਦੇ ਵੀ ਮੰਨ ਨਹੀਂ ਸਕਦੇ। ਬਹੁਤ ਹੀ ਲਾਪਰਵਾਹੀ ਭਰਿਆ ਰਿਸਪੌਂਸ ਆ। ਉਸ ਤੋਂ ਬਾਅਦ ਵਾਰੀ ਆਈ ਨੀਤੀ ਆਯੋਗ ਦੀ। ਨੀਤੀ ਆਯੋਗ ਦੇ ਉਪ ਅਧਿਆਕਸ਼ ਰਾਜੀਵ ਕੁਮਾਰ, ਉਹਨਾਂ ਨੇ ਨਿੱਜੀ ਤੌਰ ਤੇ BBC ਨਾਲ ਗੱਲ ਕਰਦੇ ਕਿਹਾ ਕਿ ਜੋ ਵੀ ਪ੍ਰਧਾਨ ਮੰਤਰੀ ਜੀ ਨੇ ਲੋਕਡਾਊਨ ਤੋਂ ਪਹਿਲਾਂ ਜਾਂ ਲੋਕਡਾਊਨ ਕਰਦੇ ਸਮੇਂ ਫੈਸਲੇ ਲਏ ਸੀ ਉਹਦੀ ਸਭ ਨਾਲ ਵਿਸ਼ੇਸ਼ ਚਰਚਾ ਕਰਕੇ ਲਈ ਸੀ। ਇਹ ਨਹੀਂ ਸੀ ਵੀ ਇੱਕਦਮ ਉੱਠੇ ਤੇ ਲੋਕਡਾਊਨ ਅਨਾਉਂਸ ਕਰਤਾ। ਪਰ ਜੋ ਨੀਤੀ ਆਯੋਗ ਨੇ ਅਫੀਸ਼ੀਅਲ ਸਟੇਟਮੈਂਟ ਦਿੱਤੀ ਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ ਸਾਡੇ ਮਹਿਕਮੇ ਨਾਲ, ਤੇ ਹਾਲਾਂਕਿ ਸਾਨੂੰ 24 ਮਾਰਚ ਤੋਂ ਪਹਿਲਾਂ ਲੋਕਡਾਊਨ ਦੀ ਕੋਈ ਜਾਣਕਾਰੀ ਵੀ ਨਹੀਂ ਸੀ ਕਿ ਦੇਸ਼ 'ਚ ਇੰਨਾ ਕੜਾ ਲੋਕਡਾਊਨ ਲੱਗ ਸਕਦਾ। ਤਾਂ ਨੀਤੀ ਆਯੋਗ ਨੂੰ ਇਹ ਤੱਕ ਪਤਾ ਜੀ ਨੀਤੀ ਆਯੋਗ ਦੀ ਅਫੀਸ਼ੀਅਲ ਸਟੇਟਮੈਂਟ ਤਾਂ ਇਹ ਕਹਿ ਰਹੀ ਆ ਕਿਉਂਕਿ ਉਹ ਕਹਿਣੀ ਪੈਣੀ ਸੀ, ਕਿਉਂਕਿ ਉਹ RTI ਦੇ ਅਧੀਨ ਉਹਨਾਂ ਨੂੰ ਸੱਚ ਬੋਲਣਾ ਪੈਣਾ ਸੀ। ਪਰ ਜੋ ਉਹਦੇ ਉਪ ਅਧਿਆਕਸ਼ ਆ ਉਹ ਸਾਡੇ PM ਦੇ ਹਿਸਾਬ ਨਾਲ ਬੋਲ ਰਹੇ ਆ ਜਾਂ ਕੁਛ ਵੀ ਕਹਿ ਲਓ, ਵੀ ਉਹਨਾਂ ਦੀਆਂ ਗੱਲਾਂ ਤੇ ਅਫੀਸ਼ੀਅਲ ਸਟੇਟਮੈਂਟ ਇੱਕ ਦੂਜੇ ਨਾਲ ਮੈਚ ਨਹੀਂ ਹੋ ਰਹੀ। ਫਿਰ ਅਸੀਂ ਗੱਲ ਕਰੀਏ ਸਾਡੇ ਸੂਬਿਆਂ ਦੀ, ਤਾਂ ਇੱਕ ਫੈਡਰਲ ਢਾਂਚੇ ਦੇ ਅਕੋਰਡਿੰਗ ਅਸੀਂ ਚੱਲਦੇ ਹਾਂ। ਸਾਡਾ ਦੇਸ਼ ਇੱਕ ਫੈਡਰਲ ਸਿਸਟਮ ਦੇ ਅਕੋਰਡਿੰਗ ਚੱਲਦਾ। ਤਾਂ ਜੋ ਵੀ ਦੇਸ਼ ਦਾ ਫੈਸਲਾ ਲੈਣਾ ਸਾਡੀ ਸੈਂਟਰਲ ਗਵਰਨਮੈਂਟ ਨੇ ਲੈਣਾ, ਉਹਦੀ ਜਾਣਕਾਰੀ ਸੂਬਿਆਂ ਨੂੰ ਹੋਣੀ ਚਾਹੀਦੀ ਆ ਤਾਂ ਕਿ ਉਹ ਫੈਸਲਾ ਸੂਬਿਆਂ ਦੇ ਵਿੱਚ ਚੰਗੀ ਤਰ੍ਹਾਂ ਇੰਪਲੀਮੈਂਟ ਹੋ ਸਕੇ। ਤਾਂ ਸੂਬਿਆਂ ਨਾਲ ਗੱਲ ਕੀਤੀ ਗਈ। ਪਹਿਲਾਂ ਤਾਂ ਪ੍ਰਧਾਨ ਮੰਤਰੀ ਕਾਰਜਵਾਸ 'ਚ RTI ਪਾਈ ਗਈ, ਉੱਥੋਂ ਕੋਈ ਜਵਾਬ ਨਹੀਂ ਮਿਲਿਆ ਕਿ ਸੂਬਿਆਂ ਨਾਲ ਕੋਈ ਮੀਟਿੰਗਾਂ ਹੋਈਆਂ ਜਾਂ ਨਹੀਂ। ਹਾਲਾਂਕਿ 20 ਮਾਰਚ ਨੂੰ ਲੋਕਡਾਊਨ ਲੱਗਣ ਤੋਂ 4 ਦਿਨ ਪਹਿਲਾਂ PM ਦੀ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਇੱਕ ਵਾਰੀ ਵੀ ਲੋਕਡਾਊਨ ਸ਼ਬਦ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਉਸ ਤੋਂ ਬਾਅਦ ਮੁੱਖ ਮੰਤਰੀ ਕਾਰਜਵਾਸ ਦੀ ਗੱਲ ਆਉਂਦੀ ਆ।
ਅਸਾਮ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਕਾਰਿਆਵਾਸ ਨੇ ਰਿਟਨ 'ਚ ਅਸੈਪਟ ਕੀਤਾ ਕਿ ਉਹਨਾਂ ਨੂੰ 24 ਮਾਰਚ ਤੋਂ ਇੱਕ ਦਿਨ ਪਹਿਲਾਂ ਵੀ ਲੋਕਡਾਊਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਦੇਸ਼ ਦੇ ਵਿੱਚ ਵੱਡਾ ਲੋਕਡਾਊਨ ਹੋਣ ਜਾ ਰਿਹਾ। ਇਹਨਾਂ ਤੋਂ ਇਲਾਵਾ ਮਤਲਬ ਦਿੱਲੀ ਦੇ ਜੋ LG ਸਾਹਿਬ ਆ ਜਾਂ ਦਿੱਲੀ ਦੀ ਗੌਰਮੈਂਟ ਆ, ਉਹਨਾਂ ਨੇ ਵੀ ਮੰਨਿਆ ਕਿ ਦੇਸ਼ ਦੀ ਰਾਜਧਾਨੀ ਕੋਲੇ ਵੀ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਰਾਜਧਾਨੀ ਸਭ ਤੋਂ ਵੱਧ ਇਫੈਕਟੇਬਲ ਹੁੰਦੀ ਆ, ਕੋਈ ਵੀ ਸੈਂਟਰ ਗੌਰਮੈਂਟ ਸਾਡੀ ਆ ਕੋਈ ਵੀ ਫੈਸਲਾ ਲੈਂਦੀ ਆ ਰਾਜਧਾਨੀ ਤੇ ਉਹ ਜ਼ਿਆਦਾ ਇਫੈਕਟ ਕਰਦਾ, ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੇ ਮਹਿਕਮੇ ਰਾਜਧਾਨੀ ਨਾਲ ਜੁੜੇ ਹੁੰਦੇ ਆ ਦੇਸ਼ ਦੇ। ਮਤਲਬ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਰਾਜਧਾਨੀ 'ਚ ਆਉਣਾ ਪੈਂਦਾ ਆਪਣੇ ਬਹੁਤ ਸਾਰੇ ਕੰਮਾਂ ਦੇ ਲਈ। ਫਿਰ ਅਸੀਂ ਗੱਲ ਕਰੀਏ ਉੱਤਰ ਭਾਰਤ ਦੇ ਸੂਬਿਆਂ ਦੀ, ਪੰਜਾਬ ਹੋ ਗਿਆ, UP ਹੋ ਗਿਆ ਜਾਂ ਗੁਜਰਾਤ ਹੋ ਗਿਆ, ਇਹਨਾਂ ਦੇ ਜੋ ਰਾਜਪਾਲ ਨੇ ਇਹਨਾਂ ਨੇ ਵੀ ਮੰਨਿਆ ਕਿ ਸਾਡੇ ਕੋਲੇ ਲੋਕਡਾਊਨ ਦੀ ਸਪੀਚ ਆਉਣ ਤੋਂ ਪਹਿਲਾਂ ਤੱਕ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਭਾਰਤ ਵਿੱਚ ਇੱਕ ਕੜਾ ਲੋਕਡਾਊਨ ਹੋਣ ਜਾ ਰਿਹਾ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸਾਡਾ ਫੈਡਰਲ ਢਾਂਚਾ ਕਿੱਥੇ ਜੇ ਸਥਿਤ ਕਰਦਾ ਜੇ ਕਿੱਥੇ ਜੇ ਉਹਦੀ ਮਰਿਆਦਾ ਦਾ ਪਾਲਣ ਹੋ ਰਿਹਾ। ਫੈਡਰਲ ਢਾਂਚੇ ਦੀ ਗੱਲ ਜੇ ਕਰੀਏ ਤਾਂ ਹੁਣੇ ਹੀ ਲੋਕ ਸਭਾ 'ਚ ਇੱਕ BJP ਦੀ ਮਹਿਲਾ ਸੰਸਦ ਹੈ, ਉਹਨਾਂ ਦਾ ਬਿਆਨ ਆਇਆ ਕਿ ਇਹ ਫੈਡਰਲ ਸਿਸਟਮ ਸਾਡਾ ਫੈਡਰਲ ਨਹੀਂ, ਸਾਡਾ ਹੋਰ ਹਿਸਾਬ ਦਾ ਫੈਡਰਲ ਸਿਸਟਮ। ਬਿਲਕੁਲ, ਇੱਕ ਇਹ ਵੱਡਾ ਕਾਰਨ ਆ ਵੀ ਪਿਛਲੇ ਦਿਨੀ ਇੱਕ ਕਮਿਸ਼ਨ ਦੀ ਅੰਤਰਰਾਸ਼ਟਰੀ ਕਮਿਸ਼ਨ ਦੀ ਰਿਪੋਰਟ ਇਹ ਕਹਿ ਰਹੀ ਹੈ ਕਿ ਭਾਰਤ ਆਪਣਾ ਆਜ਼ਾਦੀ ਦਾ ਸਥਾਈ ਗਵਾ ਚੁੱਕਿਆ, ਭਾਰਤ ਦੇ ਵਿੱਚ ਪਾਰਸ਼ੈਲਿਟੀ ਦੇ ਆਧਾਰ ਤੇ ਸੁਤੰਤਰਤਾ ਹੋ ਗਈ ਹੈ। ਤਾਂ ਇਹ ਵੀ ਇੱਕ ਵੱਡਾ ਕਾਰਨ ਆ ਕਿ ਸਾਡਾ ਫੈਡਰਲ ਢਾਂਚਾ ਜੋ ਉਹਨਾਂ ਮਜ਼ਬੂਤੀ ਨਾਲ ਨਹੀਂ ਚੱਲ ਰਿਹਾ। ਤੇ ਇਹ ਪਰਮਜੀਤ ਜੀ, ਜਦੋਂ ਇਹ ਲੋਕਡਾਊਨ ਦੇ ਹੁਣ ਪਤਾ ਲੱਗ ਗਿਆ ਵੀ ਸਰਕਾਰ ਇਹ ਮੋਦੀ ਸਾਹਿਬ ਦਾ ਜਿਹੜਾ ਫੈਸਲਾ ਉਹ ਮੈਨੂੰ ਲੱਗਦਾ ਨਿੱਜੀ ਲੱਗਦਾ ਜੀ, ਇਹ ਇਸ ਦੇ ਮੁਤਾਬਿਕ ਵੀ ਇਹ ਚਾਹੀਦਾ ਨਹੀਂ ਸੀ ਵੀ ਇਹ ਸਭ ਨਾਲ ਰਾਇ ਕਰਦੇ। ਹੁਣ ਉਸ ਤੋਂ ਬਾਅਦ ਅਸੀਂ ਤਸਵੀਰਾਂ ਵੇਖੀਆਂ, ਬੱਚੇ ਅਟੈਚੀਆਂ ਤੇ ਲੱਦ ਕੇ ਕਿਵੇਂ ਉਹ ਬਹੁਤ ਇਮੋਸ਼ਨਲ ਤਸਵੀਰਾਂ ਸੀਗੀਆਂ ਜਦੋਂ ਉਹ ਸਾਹਮਣੇ ਆਈਆਂ। ਲੋਕ ਕਿੰਨੇ ਤੁਰ ਕੇ, ਇੱਕ ਕੁੜੀ ਨੇ ਆਪਣੇ ਪਿਓ ਨੂੰ ਸਾਈਕਲ ਤੇ ਲੈ ਕੇ ਜਾਣਾ ਪਿਆ ਨਾ, ਪਤਾ ਨਹੀਂ 1000-1200 ਕਿਲੋਮੀਟਰ ਸੀਗਾ ਸ਼ਾਇਦ ਉਹ, ਤੇ ਉਹ ਕਿੰਨੀਆਂ ਜਾਨਾਂ ਗਈਆਂ, ਪੈਰਾਂ 'ਚ ਛਾਲਿਆਂ ਦੀਆਂ ਤਸਵੀਰਾਂ, ਰਾਹ 'ਚ ਕੋਈ ਭੁੱਖ ਪਿਆਸ ਨਾਲ ਮਰ ਗਏ। ਤੇ ਇਹ ਇੰਨਾ ਵੱਡਾ ਦੇਸ਼ ਹੈ, ਇਹ ਤਾਂ ਨਹੀਂ ਕਿ ਵੀ 2-4 ਕਰੋੜ ਦਾ ਦੇਸ਼ ਹੈ, ਇਹਨਾਂ ਨੂੰ ਜਿੱਥੇ ਮਰਜ਼ੀ ਅਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਇਹਨਾਂ ਨੂੰ ਸੰਭਾਲ ਲਵਾਂਗੇ। 140 ਕਰੋੜ ਦੀ ਆਬਾਦੀ ਹੈ, 1 ਅਰਬ 40 ਕਰੋੜ ਬਣ ਜਾਂਦਾ। ਤੇ ਇਹਨੂੰ ਕਿਤੇ ਨਾ ਕਿਤੇ ਇਹ ਐਡਾ ਇਮੋਸ਼ਨਲ ਫੈਸਲਾ ਜਾਂ ਐਡਾ ਆਪਾਂ ਇਹ ਵੀ ਇਹਨੂੰ ਇਹ ਨਹੀਂ ਆਪਾਂ ਕਹਿੰਦੇ ਵੀ ਕਿ ਇਹ ਫੈਸਲਾ ਗਲਤ ਲਿਆ ਗਿਆ ਜਾਂ ਨਹੀਂ, ਗਲਤ ਸਹੀ ਤਾਂ ਚਲੋ ਹੁਣ ਬਾਅਦ 'ਚ ਸਾਬਤ ਹੋ ਰਿਹਾ ਹੈ ਨਾ। ਉਦੋਂ ਸ਼ਾਇਦ ਡਰ ਸੀ ਵੀ ਦੇਸ਼ ਨੂੰ ਬਚਾਉਣ ਦਾ, ਆਪਾਂ ਕਹਿ ਸਕਦੇ ਹਾਂ ਵੀ ਇਸ ਮਹਾਮਾਰੀ ਤੋਂ ਬਚਾਉਣ ਦਾ। ਚਲੋ 500 ਕੇਸਾਂ ਤੇ ਤੁਸੀਂ ਲੈ ਲਿਆ ਤੇ 5 ਲੱਖ ਤੇ ਤੁਹਾਡਾ ਸਾਰਾ ਦੇਸ਼ ਖੁੱਲਾ ਫਿਰਦਾ। ਨਹੀਂ, ਦੇਖੋ ਜੋ ਅਸੀਂ ਇਹਨੂੰ ਅੱਜ ਸਿੱਟਾ ਕੱਢਦੇ ਹਾਂ ਤਾਂ ਅਸਫਲ ਹੀ ਸਾਹਮਣੇ ਆਉਂਦਾ। ਲੋਕਡਾਊਨ ਦਾ ਨਿਰਣੇ ਸੀ ਜੋ ਨੋਟਬੰਦੀ, GST ਤੇ ਇਹ ਅਸਫਲ ਹੋਏ। ਇੱਕ ਬਹੁਮਤ ਦੀ ਸਰਕਾਰ ਕੋਲੇ ਬਹੁਤ ਸਾਰੇ ਅਧਿਕਾਰ ਆ ਜਾਂਦੇ ਆ, ਉਹਨਾਂ ਨੂੰ ਕਿਸੇ ਹੋਰ ਛੋਟੀਆਂ ਸਰਕਾਰਾਂ ਜਾਂ ਖੇਤਰੀ ਪਾਰਟੀਆਂ ਕੋਲੋਂ ਕਿਸੇ ਚੀਜ਼ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਖੁਦ ਸੱਤਾ 'ਚ ਬੈਠੇ ਆ। ਲੋਕ ਸਭਾ 'ਚ ਜੇ ਕੁਛ ਪਾਸ ਕਰਨਾ ਜਾਂ ਰਾਜ ਸਭਾ 'ਚ ਪਾਸ ਕਰਨਾ ਬਹੁਮਤ ਦੀ ਸਰਕਾਰ ਕੋਲੇ ਬਹੁਤ ਆਸਾਨ ਹੋ ਜਾਂਦਾ। ਤਾਂ ਜੋ ਪਿਛਲੇ ਫੈਸਲੇ ਸੀ GST, ਨੋਟਬੰਦੀ, ਉਸੇ ਤਰ੍ਹਾਂ ਦਾ ਫੈਸਲਾ ਹੀ ਲੋਕਡਾਊਨ ਦਾ ਸੀ। ਸਰਕਾਰ ਨੇ ਬਿਨਾਂ ਓਪੋਜੀਸ਼ਨ ਦੀ ਸਲਾਹ ਜਾਂ ਬਿਨਾਂ ਕਿਸੇ ਕੇਂਦਰ ਸਰਕਾਰਾਂ ਦੀ ਸਲਾਹ ਤੋਂ ਹੀ ਫੈਸਲਾ ਲੈ ਲਿਆ ਸੀ। ਜਿਹੜੀ ਤੁਸੀਂ ਗੱਲ ਕੀਤੀ ਕਿ ਕਾਫੀ ਇਮੋਸ਼ਨਲ ਸੀ ਫੈਸਲਾ, ਮਤਲਬ ਇਮੋਸ਼ਨਲ ਸਾਬਤ ਤਾਂ ਹੋਇਆ ਵੀ ਜਿਵੇਂ ਤੁਸੀਂ ਦੱਸਿਆ ਬਹੁਤ ਸਾਰੇ ਲੋਕ ਸੜਕਾਂ 'ਤੇ ਗਏ। ਜਿਹੜਾ ਇੰਡੀਆ ਦਾ ਸਿਸਟਮ ਹੈ ਨਾ, ਉਹ 2 ਤਰੀਕਿਆਂ ਨਾਲ ਕੰਮ ਕਰਦਾ। 2 ਤਰ੍ਹਾਂ ਦੇ ਸੈਕਟਰ ਹੈ ਇੱਥੇ, ਆਰਗੇਨਾਈਜ਼ਡ ਤੇ ਅਨਆਰਗੇਨਾਈਜ਼ਡ। ਗਲਤੀ ਵੱਡੀ ਕਿੱਥੇ ਹੋ ਗਈ ਕਿ ਅਸੀਂ ਆਰਗੇਨਾਈਜ਼ਡ ਸੈਕਟਰ ਨੂੰ ਸਾਡੀ ਸਰਕਾਰ ਨੇ ਸਾਂਭ ਲਿਆ, ਜਿਹਨੂੰ ਅਸੀਂ ਵਰਕ ਫਰੋਮ ਹੋਮ ਵੀ ਕਹਿ ਦਿੰਦੇ ਹਾਂ, ਜਾਂ ਕਿੱਡੀ ਉਹ ਵੈਸੇ ਕਹਾਂਗੇ ਵੀ ਉਹਨੂੰ ਕੀ ਕਹੀਏ ਕਿ ਉਹ ਇੱਕ ਸਾਡੇ ਪ੍ਰਧਾਨ ਮੰਤਰੀ ਜੀ ਅਪੀਲ ਕਰ ਰਹੇ ਆ ਨਿੱਜੀ ਕੰਪਨੀਆਂ ਨੂੰ ਜਾਂ ਲੋਕਾਂ ਨੂੰ ਕਿ ਤੁਸੀਂ ਆਪਣੇ ਜੋ ਵੀ EMPLOYE ਆ, ਜੇ ਉਹ ਨਹੀਂ ਪਹੁੰਚ ਸਕਦੇ ਲੋਕਡਾਊਨ 'ਚ ਤਾਂ ਉਹਨਾਂ ਦੀ ਤਨਖਾਹ ਨਹੀਂ ਕੱਟਣੀ। ਤੁਸੀਂ ਲਘੂ ਉਦਯੋਗ ਦੀ ਗੱਲ ਕਰੋ, ਜੇ ਇੱਕ ਦੁਕਾਨਦਾਰ ਨੇ ਜਾਂ ਇੱਕ ਛੋਟੀ ਫੈਕਟਰੀ ਦੇ 5 ਮੁਲਾਜ਼ਮ, 10 ਮੁਲਾਜ਼ਮ ਜਾਂ 20 ਮੁਲਾਜ਼ਮ ਕੰਮ ਕਰਦੇ ਆ, ਜਦੋਂ ਉਹਦਾ ਕੰਮ ਹੀ ਠੱਪ ਹੋ ਜੂ, ਮੁਲਾਜ਼ਮ ਨਹੀਂ ਜਾਣਗੇ, ਉਹ ਕਿੰਨਾ ਕੁ ਟਾਈਮ ਤਨਖਾਹ ਦੇ ਲੂਗਾ ਜੀ। ਸਰਕਾਰ ਮਤਲਬ ਆਪਣਾ ਪੱਲਾ ਛਡਵਾ ਕੇ ਆਰਗੇਨਾਈਜ਼ ਸੈਕਟਰ 'ਤੇ ਸਾਰਾ ਦਬਾਅ ਪਾਉਣ ਤੇ ਆ ਗਈ ਸੀ ਕਿ ਤੁਸੀਂ ਆਪਣੇ ਕੋਲ ਦਿਓ, ਜਾਂ ਲੋਕਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੇ ਆਂਢ ਗੁਆਂਢ ਦੀ ਮਦਦ ਕਰੋ।
ਠੀਕ ਆ, ਅਸੀਂ ਵਿਅਕਤੀਗਤ ਤੌਰ ਤੇ ਜੋ ਵੀ ਕਰ ਸਕਦੇ ਹਾਂ ਸਾਡੇ ਹੱਥ 'ਚ ਹੁੰਦਾ ਅਸੀਂ ਕਰਦੇ ਹਾਂ, ਪਰ ਉਹ ਢਾਂਚਾ ਕਿੰਨਾ ਕੁ ਸਮਾਂ ਚੱਲਦਾ ਹੁੰਦਾ। ਅਕਸਰ ਆਰਥਿਕ ਸਹਾਇਤਾ ਤਾਂ ਸਾਡੀ ਗੌਰਮੈਂਟ ਨੇ ਹੀ ਦੇਣੀ ਹੁੰਦੀ ਆ। ਫਿਰ ਅਸੀਂ ਗੱਲ ਕਰੀਏ ਅਨਆਰਗੇਨਾਈਜ਼ਡ ਸੈਕਟਰ ਦੀ, ਵਿਸ਼ੇਸ਼ ਧਿਆਨ ਦੇਣ ਦੀ ਲੋੜ ਸੀ ਅਨਆਰਗੇਨਾਈਜ਼ਡ ਸੈਕਟਰ ਤੇ। ਸਾਡਾ ਦੇਸ਼ ਦੇ ਵਿੱਚ ਜੀ ਸਭ ਤੋਂ ਵੱਡਾ ਬਿਲਕੁਲ 80% ਸਾਡਾ ਦੇਸ਼ ਅਨਆਰਗੇਨਾਈਜ਼ਡ ਸੈਕਟਰ ਤੇ ਚੱਲ ਰਿਹਾ। ਅਨਆਰਗੇਨਾਈਜ਼ਡ ਤੋਂ ਭਾਵ ਜੋ ਲੋਕ ਖੁਦ ਦੇ ਬੇਸਿਸ ਤੇ ਕੰਮ ਕਰਦੇ ਆ, ਰੇਹੜੀ ਲਾਉਂਦਾ, ਕੋਈ ਆਪਣੀ ਮਤਲਬ ਬਿਨਾਂ ਰਜਿਸਟ੍ਰੇਸ਼ਨ ਤੋਂ ਦਿਹਾੜੀ ਕਰ ਰਿਹਾ, ਕੋਈ ਕੁਲੀ ਦਾ ਕੰਮ ਕਰ ਰਿਹਾ। ਜੋ ਵੀ ਬੰਦਾ ਸਰਕਾਰ ਦੇ ਅਧੀਨ ਰਜਿਸਟ੍ਰੇਸ਼ਨ ਦੇ ਅਧੀਨ ਨਹੀਂ ਆ, ਆਪਣੇ ਲੈਵਲ ਤੇ ਮਜ਼ਦੂਰੀ ਜਾਂ ਕੋਈ ਛੋਟਾ ਬਿਜ਼ਨਸ ਕਰ ਰਿਹਾ, ਉਹ ਇੱਕ ਅਨਆਰਗੇਨਾਈਜ਼ਡ ਸੈਕਟਰ ਤੇ ਕੰਮ ਕਰਦਾ। ਤਾਂ ਸਾਡੀ ਕੋਵਿਡ ਦੀ ਵੈਕਸੀਨ ਦੀ ਜ਼ਿਆਦਾ ਸਫਲਤਾ ਨਾ ਮਿਲਣ ਦਾ ਕਾਰਨ ਵੀ ਇਹੀ ਆ ਕਿ ਅਸੀਂ ਆਰਗੇਨਾਈਜ਼ਡ ਸੈਕਟਰ ਲਾਈਕ ਸਰਕਾਰੀ ਮਹਿਕਮਿਆਂ ਨੂੰ ਅਸੀਂ ਕਹਿਤਾ ਕਿ ਤੁਸੀਂ ਆਪਦੇ EMPLOYE ਦਾ ਟੈਸਟ ਕਰਾਓ ਜਾਂ ਉਹਨਾਂ ਨੂੰ ਵੈਕਸੀਨ ਦਵਾਓ, ਜਾਂ ਅਸੀਂ ਪ੍ਰਾਈਵੇਟ ਅਥਾਰਟੀਆਂ ਨੂੰ, ਕਿਸੇ ਸਕੂਲ ਦੀ ਮੈਨੇਜਮੈਂਟ ਨੂੰ ਕਹਿਤਾ ਕਿ ਆਪਣੇ ਟੀਚਰਾਂ ਨੂੰ ਵੈਕਸੀਨ ਦਵਾਓ। ਉਹ ਤਾਂ ਹੋ ਜੂ, 20% ਦਾ ਦਾਇਰਾ ਕਵਰ ਹੌਲੀ ਹੌਲੀ ਹੋਈ ਜਾਂਦਾ, ਪਰ ਜੋ 80% ਦਾ ਵੱਡਾ ਦਾਇਰਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਖੁੱਲ੍ਹਾ ਵਿਚਰਨ ਕਰਨਾ, ਉਹ ਦਾਇਰਾ ਤਾਂ ਸਾਡਾ ਪਾਸੇ ਰਹਿ ਗਿਆ। ਤਾਂ ਹੀ ਸਾਡੇ ਅੱਜ ਵੈਕਸੀਨ 5-6 ਕਰੋੜ ਦੇ ਲੋਕਾਂ ਨੂੰ ਵੈਕਸੀਨ ਲੱਗਣ ਤੋਂ ਬਾਅਦ ਵੀ ਸਾਡੇ ਕੇਸ ਵੱਧਦੇ ਜਾਂਦੇ ਆ। ਤਾਂ ਅਸੀਂ ਮੁੱਦੇ ਤੇ ਆਈਏ ਕਿ ਲੋਕਡਾਊਨ ਦੇ ਵਿੱਚ ਅਨਆਰਗੇਨਾਈਜ਼ਡ ਸੈਕਟਰ ਕਿਵੇਂ ਪ੍ਰਭਾਵਿਤ ਹੋਇਆ। ਸਾਡੇ ਯੂਪੀ, ਬਿਹਾਰ ਜਾਂ ਉੜੀਸਾ ਦੇ ਬਹੁਤ ਸਾਰੇ ਮਜ਼ਦੂਰ ਵੱਡੀਆਂ ਸ਼ਹਿਰਾਂ 'ਚ, ਜਿਹਨੂੰ ਅਸੀਂ ਮੈਟਰੋ ਸਿਟੀਜ਼ ਕਹਿ ਦਿੰਦੇ ਆ, ਜਾਂ ਮਤਲਬ ਜਿੱਥੇ ਬਹੁਤ ਸਾਰੇ ਇੰਡਸਟਰੀਅਲ ਹਬਸ ਬਣੇ ਹੋਏ ਆ, ਉਹਨਾਂ 'ਚ ਕੰਮ ਕਰਦੇ ਆ। ਜੀ ਬਿਲਕੁਲ, ਉੱਥੇ ਕੰਮ ਕਰਦੇ ਆ। ਇੱਕਦਮ ਤੁਸੀਂ ਉਹਨਾਂ ਦੇ ਸਿਰ ਤੇ ਤਲਵਾਰ ਸਿੱਟ ਦੇਣੀ ਕਿ ਅੱਜ ਸ਼ਾਮ ਤੋਂ ਇੰਨੇ ਵਜੇ ਤੋਂ ਲਾਕਡਾਊਨ ਲਾਗੂ ਆ, ਤੁਹਾਡਾ ਕੰਮ ਵੀ ਬੰਦ ਹੈ ਤੇ ਤੁਸੀਂ ਵੀ ਤੜ ਜਾਓ। ਜੀ ਬਿਲਕੁਲ। ਤਾਂ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ। ਮਤਲਬ ਲੋਕਾਂ ਦੇ ਘਰਾਂ ਦੇ ਮੁਖੀਆ ਕਿਤੇ ਹੋਰ ਰਹਿੰਦੇ ਆ, ਬੱਚੇ ਕਿਤੇ ਹੋਰ ਰਹਿੰਦੇ ਆ, ਉਹਨਾਂ ਦਾ ਰਹਿਣ ਦੀ ਸਥਾਨ ਕਿਤੇ ਹੋਰ ਆ, ਤਾਂ ਸਭ ਬਿਨਾਂ ਸੋਚੇ ਸਮਝੇ ਡਰ ਦੇ ਆਧਾਰ ਤੇ ਆਪਣੇ ਘਰਾਂ ਨੂੰ ਚੱਲ ਪਏ। ਤਾਂ ਇੱਕ ਸਭ ਤੋਂ ਵੱਡੀ ਮਾਰ ਉਹ ਸਾਡੇ ਗਰੀਬ ਤਬਕੇ ਨੂੰ, ਮਜ਼ਦੂਰ ਤਬਕੇ ਨੂੰ ਕੀ ਪਈ ਵੀ ਜਿੱਥੇ ਉਹ ਕੰਮ ਕਰਦੇ ਸੀ ਉੱਥੋਂ ਉਹਨਾਂ ਕੋਲ ਰਹਿਣ ਦੀ ਜਗ੍ਹਾ ਖੋਲ੍ਹੀ ਗਈ। ਜਿੱਥੇ ਉਹਨਾਂ ਨੇ ਜਾਣਾ ਸੀ, ਸੜਕਾਂ ਦੇ ਥਰੂ ਜਾਣਾ ਸੀ, ਪਹੁੰਚਣ ਲਈ ਨਾ ਤਾਂ ਕੋਈ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ। ਹਾਲਾਂਕਿ ਸੜਕਾਂ ਦੇ ਅੱਗੇ ਬੈਰੀਕੇਡ ਲਾ ਕੇ ਪੁਲਿਸ ਖੜੀ ਸੀ, ਜਿਨ੍ਹਾਂ ਨੇ ਉਹਨਾਂ ਨੂੰ ਸੜਕਾਂ ਤੇ ਚੜ੍ਹਨ ਤੋਂ ਹੀ ਰੋਕਤਾ, ਤੇ ਉਹ ਵਿਚਾਰੇ ਡੰਡੇ ਤੱਕ ਮਾਰੇ ਗਏ, ਭੁੱਖੇ ਪੈਸੇ। ਕਿਵੇਂ ਉਹ ਅਸੀਂ ਵੀਡੀਓਜ਼ ਦੇਖਦੇ ਹਾਂ ਵੀ ਕਿਵੇਂ ਉਹ ਪਿੰਡਾਂ ਦੇ ਜਾਂ ਖੇਤਾਂ ਦੇ ਰਾਹ ਵਿੱਚ ਦੀ ਗਏ, ਕਿਵੇਂ ਉਹਨਾਂ ਨੇ ਗੰਗਾ ਨਦੀ, ਐਡੀ ਵਿਸ਼ਾਲ ਨਦੀ ਪਾਰ ਕੀਤੀ, ਕਿਵੇਂ ਮਾਵਾਂ ਨੇ ਆਪਣੇ ਬੱਚੇ ਮੋਢਿਆਂ ਤੇ ਚੱਕ ਕੇ ਲੈ ਕੇ ਗਏ, ਜਾਂ ਕਿਵੇਂ ਕੋਈ ਬੱਚੀ ਟੈਚੀ ਦੇ ਬੈਠੀ ਹੈ ਕਿਸੇ ਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਪੈਰਾਂ 'ਚ ਛਾਲਿਆਂ ਦੀ। ਮਤਲਬ ਸਾਨੂੰ ਦ੍ਰਿਸ਼ ਦੇਖਣੇ ਪਏ, ਬਹੁਤ ਇਮੋਸ਼ਨਲ ਸੀ। ਇੱਕ ਹੁਣੀ ਰੀਸੈਂਟਲੀ ਇੱਕ ਡਾਕੂਮੈਂਟਰੀ ਰਿਲੀਜ਼ ਹੋਈ ਆ 1232 ਕਿਲੋਮੀਟਰ। ਉਹ ਇੱਕ ਮਜ਼ਦੂਰ ਦੀ ਲੜਕੀ ਦੇ ਆਧਾਰ ਤੱਕ ਕਿ ਉਹ ਸਾਈਕਲ ਚਲਾ ਕੇ 1232 ਕਿਲੋਮੀਟਰ ਦਾ ਸਫ਼ਰ ਉਹਨੇ ਤੈਅ ਕੀਤਾ। ਤੇ ਮਤਲਬ ਇੱਕ ਰੋਣ ਹੱਕੇ ਅਸੀਂ ਹੋ ਜਾਂਦੇ ਹਾਂ ਜਦੋਂ ਇਹ ਚੀਜ਼ਾਂ ਅਸੀਂ ਦੇਖਦੇ ਹਾਂ, ਤਾਂ ਕਿਵੇਂ ਸਾਡੀ ਸਰਕਾਰ ਨੇ ਇੱਕਦਮ ਹੀ ਪੱਲਾ ਛਡਵਾ ਲਿਆ। ਤੇ ਉਹ ਸਾਡਾ ਵਿਗੜਿਆ ਢਾਂਚਾ ਹਜੇ ਤੱਕ ਨਹੀਂ ਸੰਭਲਿਆ ਸਾਡੇ ਤੋਂ। ਜ਼ਰੂਰ ਸਾਡੇ ਮਜ਼ਦੂਰ ਵਾਪਸ ਉਹਨਾਂ ਸ਼ਹਿਰਾਂ 'ਚ ਤਾਂ ਆਏ ਜਦੋਂ ਜਿੰਨੀ ਕੁ ਉਹਨਾਂ ਕੋਲੇ ਪੂੰਜੀ ਸੀ ਉਹ ਖਤਮ ਹੋ ਗਈ ਘਰੇ ਜਾ ਕੇ। 1 ਮਹੀਨੇ 2 ਮਹੀਨੇ ਉਹਨਾਂ ਨੇ ਕੱਟੇ, ਖਾਣੇ ਪੀਣ 'ਚੋਂ ਖਤਮ ਹੋ ਗਈ। ਜਦੋਂ ਉਹ ਵਾਪਸ ਆਏ, ਕਿੰਨੇ ਮਜ਼ਦੂਰ ਪੱਕੇ ਕੰਮ ਕਰਦੇ ਸੀ ਪ੍ਰਾਈਵੇਟ ਫੈਕਟਰੀਆਂ 'ਚ 10-10 15-15 ਸਾਲ ਤੋਂ, ਸਭ ਦੇ ਕੰਟੈਕਟ ਟੁੱਟ ਗਏ। ਅੱਜ ਦਿੱਲੀ ਦਾ ਨੈਸ਼ਨਲ ਕੈਪੀਟਲ ਦਾ ਆਹ ਹਾਲ ਆ ਕਿ ਇੱਕ ਗੱਡੀ ਆ ਕੇ ਲੇਬਰ ਚੌਂਕ ਤੇ ਰੁਕਦੀ ਆ ਤਾਂ ਲੇਬਰ ਟੁੱਟ ਕੇ ਪੈ ਜਾਂਦੀ ਹੈ ਗੱਡੀ ਨੂੰ ਕਿ ਸਾਨੂੰ ਹੁਣ ਕੰਮ ਮਿਲੂਗਾ। ਆਪਣੀ ਜੋ ਮਤਲਬ ਦਿਹਾੜੀ ਮਜ਼ਦੂਰੀ ਲਗਾਉਣ, ਉਹਨਾਂ ਨੂੰ ਜੋ ਵੀ ਦਿਹਾੜੀ ਦੀ ਪੇਮੈਂਟ ਮਿਲਦੀ ਸੀ ਇੱਕ ਦਿਨ ਦੀ, ਉਹਦੇ ਤੋਂ ਅੱਧੀਆਂ ਪੇਮੈਂਟ 'ਤੇ ਕੰਮ ਕਰਨ ਲਈ ਮਜਬੂਰ ਹੋ ਗਏ। ਬਹੁਤ ਮਜ਼ਦੂਰਾਂ ਨੇ ਆਪਣੇ ਬੱਚਿਆਂ ਦੇ ਦਾਖਲੇ ਸਕੂਲਾਂ 'ਚੋਂ ਨਾ ਕਟਵਾ ਲਏ ਕਿ ਉਹਨਾਂ ਦੀਆਂ ਅਸੀਂ ਫੀਸਾਂ ਨਹੀਂ ਭਰ ਸਕਦੇ। ਤਾਂ ਇੱਕ ਬਹੁਤ ਲੂੰ ਕੰਡੇ ਖੜੇ ਕਰਨ ਵਾਲੀ ਸਥਿਤੀ ਬਣ ਗਈ ਸੀ, ਇੰਨੀ ਇਮੋਸ਼ਨਲ ਸਥਿਤੀ ਬਣ ਗਈ ਸੀ ਉਹ। ਸਰਕਾਰ ਭਲਾਂ ਦੀ ਕੰਮ ਦਾ ਲੋਕਾਂ ਨੂੰ ਚਲੋ ਇੰਨਾ ਪੈਸਾ ਨਹੀਂ ਹੁੰਦਾ ਵੀ ਹਰ ਇੱਕ ਨੂੰ ਖਰਚਾ ਦੇਵੇ। ਸਰਕਾਰ 2-3 ਚੀਜ਼ਾਂ ਕਰ ਸਕਦੀ ਸੀਗੀ, ਜਿੱਥੋਂ ਕਿ ਸਰਕਾਰ ਨੇ ਚਲੋ ਕਈ ਜਗ੍ਹਾ ਤੇ ਕਣਕ, ਆਟਾ, ਦਾਲਾਂ ਇਹ ਪਹੁੰਚਾਈਆਂ ਵੀ। ਜੀ ਬਿਲਕੁਲ, ਆਪਾਂ ਜਿਹੜੀ ਚੰਗਾ ਕੰਮ ਕੀਤਾ ਉਹਨੂੰ ਸਲਾਹਾਂਗੇ ਵੀ। ਪਰ ਸਰਕਾਰ ਇਹ ਕਰ ਸਕਦੀ ਸੀ, ਜਿਹੜੀਆਂ ਲੋਕਡਾਊਨ ਦੇ ਵਿੱਚ ਜਦੋਂ ਕੰਮ ਬੰਦ ਹੋ ਗਿਆ, ਬਿਜਲੀ ਦੇ ਬਿੱਲ ਮਾਫ ਕਰ ਸਕਦੀ ਸੀ ਜੀ। ਜਿੱਥੋਂ ਤੱਕ ਇਹ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਜਿਹੜੀਆਂ
ਲੋਨ ਦੀਆਂ ਕਿਸ਼ਤਾਂ ਹੋਣਗੀਆਂ ਤੁਹਾਡੀਆਂ 3-3 ਮਹੀਨੇ ਨਹੀਂ ਹੋਣ ਲਏ ਜੀ, ਜਾਣਗੇ, ਬਿਲਕੁਲ। ਉਹ ਬਜਾਜ ਫਾਈਨੈਂਸ ਵਰਗੀਆਂ ਕੰਪਨੀਆਂ ਜਿਹੜੀਆਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਬੰਦੇ ਉੱਥੋਂ ਉਹਨਾਂ ਤੋਂ ਕਿਸ਼ਤਾਂ ਉਗਰਾਉਂਦੇ ਰਹੇ ਆ ਬਿਲਕੁਲ ਧੱਕੇ ਨਾਲ। ਦੂਸਰਾ ਇਹ ਆ, ਕਿਸ਼ਤਾਂ ਤਾਂ 3 ਮਹੀਨੇ ਦੀਆਂ ਤੁਸੀਂ ਠੀਕ ਆ ਕਹਿਤਾ ਵੀ ਨਹੀਂ ਭਰਨੀਆਂ ਪੈਣੀਆਂ, ਤਾਂ 3 ਮਹੀਨੇ ਦੀਆਂ ਇਕੱਠੀਆਂ ਹੋ ਗਈਆਂ, ਉਦੋਂ ਬਾਅਦ ਚ ਕੀ ਕਰਨਗੇ ਉਹ? ਨਹੀਂ, ਬਿਲਕੁਲ। ਦੇਖੋ, ਇੱਕ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਪ੍ਰਾਈਵੇਟ ਫਰਮ ਤੇ ਤੁਸੀਂ ਦਬਾਅ ਕਿਵੇਂ ਪਾ ਸਕਦੇ ਹੋ? ਜੇ ਅਸੀਂ ਬਜਾਜ ਫਾਈਨੈਂਸ ਦਾ ਤੁਸੀਂ ਨਾਂ ਲਿਆ ਜਾਂ ਕੋਈ ਵੀ ਪ੍ਰਾਈਵੇਟ ਫਰਮ ਦੀ ਗੱਲ ਕਰੀਏ, ਉਹ ਕਿਵੇਂ ਘਾਟੇ ਦਾ ਸੌਦਾ ਕਰੂਗੀ? 3 ਮਹੀਨੇ ਦੀ ਕਿਸ਼ਤ ਫਰਮ ਨੇ ਵੀ ਤਾਂ ਅੱਗੇ ਪੈਸੇ ਦਾ ਭੁਗਤਾਨ ਕਰਨਾ ਹੁੰਦਾ ਨਾ, ਉਹ ਕਿਵੇਂ ਢਾਂਚਾ ਸਾਡਾ ਸਟਰਕਚਰ ਕਿਵੇਂ ਚੱਲੂਗਾ? ਇੱਕ ਪ੍ਰਾਈਵੇਟ ਬੰਦਾ ਬਿਨਾਂ ਰੈਵਨਿਊ ਤੋਂ ਕਿਵੇਂ ਮਜ਼ਦੂਰੀ ਕਿਸੇ ਨੂੰ ਜਾਂ ਕਿਵੇਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇ ਲੂਗਾ? ਕਿੰਨਾ ਕੁ ਟਾਈਮ ਢਾਂਚਾ ਚੱਲੂਗਾ? ਹਾਲਾਂਕਿ MSME ਹੋ ਗਈ, ਸੈਬੀ ਹੋ ਗਈ, ਜਾਂ ਮਤਲਬ ਸਭ ਤੋਂ ਆਰਥਿਕ ਸਿਸਟਮ ਦੀ ਰੀੜ੍ਹ ਦੀ ਹੱਡੀ RBI ਨੂੰ ਮੰਨਿਆ ਜਾਂਦਾ। RBI ਦਾ ਵੀ ਇਹੀ ਕਹਿਣਾ ਕਿ ਲੋਕਡਾਊਨ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ। ਸਾਡੀ ਅਰਥ ਵਿਵਸਥਾ ਜਾਂ ਸਾਡੀ GDP ਲੋਕਡਾਊਨ ਹੁੰਦਿਆਂ ਸਾਰੀ -24 ਤੇ ਚਲੀ ਗਈ ਸੀ, -24% ਤੇ। ਅਨਇੰਪਲੋਇਮੈਂਟ ਦੀ ਗੱਲ ਕਰਕੇ ਮੇਰੇ ਕੋਲ ਕੁਝ ਅੰਕੜੇ ਮੈਂ ਤੁਹਾਨੂੰ ਦੇਣਾ ਚਾਹੂੰਗਾ। ਸਾਡੀ ਜੋ ਮਾਰਚ 2020 ਦੀ ਲੋਕਡਾਊਨ ਲੱਗਣ ਤੋਂ ਪਹਿਲਾਂ ਦਾ ਅਨਇੰਪਲੋਇਮੈਂਟ ਰੇਟ ਸੀ, ਉਹ 8.7% ਸੀ। ਤੇ 1 ਮਹੀਨੇ ਬਾਅਦ ਅਪ੍ਰੈਲ 2020 ਸਾਡੀ ਇੱਕ ਪ੍ਰਾਈਵੇਟ ਫਰਮ ਆ, ਸੈਂਟਰਲ ਫਾਰ ਮੋਨੀਟਰਿੰਗ ਦੀ ਇੰਡੀਅਨ ਇਕਨੋਮੀ, ਉਹਦੀ ਇੱਕ ਰਿਪੋਰਟ ਦੇ ਮੁਤਾਬਕ ਲੋਕਡਾਊਨ ਤੋਂ 1 ਮਹੀਨਾ ਬਾਅਦ ਯਾਨੀ ਅਪ੍ਰੈਲ 2020 ਦੀ ਜੋ ਸਾਡੀ ਅਨਇੰਪਲੋਇਮੈਂਟ ਰੇਟ ਸੀ, ਉਹ 8.7% ਤੋਂ ਵੱਧ ਕੇ 23.5% ਹੋ ਗਈ ਸੀ ਸਿਰਫ 1 ਮਹੀਨੇ ਦੇ ਵਿੱਚ। ਮਤਲਬ ਕਹਿਣ ਤੋਂ ਬਾਅਦ 1 ਮਹੀਨੇ ਦੇ ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਸੀ। ਤੇ ਅਸੀਂ ਅੱਜ ਗੱਲ ਕਰਦੇ ਹਾਂ ਵੀ ਤਕਰੀਬਨ ਲੱਖਾਂ ਕਿੱਥੇ ਹੋਣੇ ਆ? ਮੈਨੂੰ ਤਾਂ ਤੁਸੀਂ ਆਬਾਦੀ 140 ਕਰੋੜ ਦੀ ਲਾਓ, 30% ਲੋਕ ਇਹੋ ਜਿਹੇ ਆ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ, ਤੇ ਤਕਰੀਬਨ 40% ਲੋਕ ਸਾਡੇ ਇਹੋ ਜਿਹੇ ਆ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਕਮਾ ਕੇ ਸ਼ਾਮ ਨੂੰ ਉਹੀ ਖਾਣਾ ਹੁੰਦਾ। ਤੁਸੀਂ ਸੋਚੋ, ਉਹਨਾਂ ਦੀ ਰਹਿਣ ਦੀ ਜਗ੍ਹਾ ਵੀ ਖੋਲੋ ਇੱਕੋ ਦਿਨ 'ਚ, ਤੇ ਉਹਨਾਂ ਦਾ ਰੁਜ਼ਗਾਰ ਵੀ ਖੋਲੋ, ਉਹ ਕਿਵੇਂ ਆਪਣੇ ਬੱਚਿਆਂ ਨੂੰ ਪਾਲਣਗੇ ਤੇ ਕੀ ਖਾਣਗੇ ਸ਼ਾਮ ਨੂੰ? ਸੁਣਨ 'ਚ ਇਹ ਆਉਂਦਾ ਸੀ, ਜੋ ਮਤਲਬ ਅਸੀਂ ਪ੍ਰਾਈਵੇਟ ਚੈਨਲਾਂ ਜਾਂ ਨਿਊਜ਼ ਚੈਨਲਾਂ ਦੀਆਂ ਇੰਟਰਵਿਊ ਦੇਖਦੇ ਸੀ, ਮਜ਼ਦੂਰ ਉਹ ਇਹ ਕਹਿੰਦੇ ਸੀ ਵੀ ਸਾਡੇ ਕੋਲੇ ਰਾਸ਼ਨ ਤਾਂ 1-1, 2-2 ਦਿਨ ਦਾ ਹੀ ਆ, ਪਰ ਅਸੀਂ 1500 1200 ਕਿਲੋਮੀਟਰ ਤੈਅ ਕਰਨਾ ਕਿਵੇਂ ਹੋਊਗਾ? ਉਹ ਕੋਈ ਟ੍ਰੇਨ ਦਾ ਸਫ਼ਰ ਨਹੀਂ, ਕੋਈ ਬੱਸ ਦਾ ਸਫ਼ਰ ਨਹੀਂ, ਸਾਰਾ ਕੁਛ ਠੱਪ ਆ। ਹਾਂ, ਵਿਅਕਤੀਗਤ ਤੌਰ ਤੇ ਕੁਛ ਚਿਹਰੇ ਜ਼ਰੂਰ ਸਾਹਮਣੇ ਆਏ ਸੀ। ਅਸੀਂ ਸੋਨੂੰ ਸੂਦ ਦਾ ਨਾਂ ਜ਼ਰੂਰ ਲੈਣਾ ਚਾਹਾਂਗੇ। ਅਸੀਂ ਐਪਰੀਸ਼ੀਏਸ਼ਨ ਦੇਵਾਂਗੇ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਉਹ ਕੰਮ ਕੀਤਾ, ਪਰ ਸਰਕਾਰ ਦੇ ਕੰਮ ਤੇ ਅਸੀਂ ਨਾਖੁਸ਼ੀ ਜ਼ਾਹਿਰ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ, ਸਾਡਿਆਂ ਨੂੰ 300 ਮਜ਼ਦੂਰਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਗਈ ਸੀ। ਇਹ ਤਾਂ ਅੰਕੜੇ ਆ ਵੀ 300 ਮਜ਼ਦੂਰ ਰਾਹ 'ਚ ਆਉਂਦੇ ਜਾਨ ਗਵਾ ਗਏ। ਜੀ ਬਿਲਕੁਲ। ਕਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸਰਕਾਰ ਦੱਸ ਦਿੰਦੀ ਹੈ। ਜੀ ਬਿਲਕੁਲ। ਤੇ ਸਰਕਾਰ ਇਹ ਕਦੇ ਨਹੀਂ ਦੱਸ ਰਹੀ ਜਾਂ ਵੀ ਉਹਦੇ ਦੌਰਾਨ, ਲੋਕਡਾਊਨ ਦੇ ਦੌਰਾਨ ਜਾਂ ਅੱਜ ਤੱਕ ਭੁੱਖਮਰੀ ਨਾਲ ਕਿੰਨੇ ਮਰ ਗਏ। ਜੀ ਬਿਲਕੁਲ। ਇੱਕ ਬਹੁਤ ਵੱਡਾ ਇਹ ਮਤਲਬ ਸਾਡੀ ਘਾਟ ਆ ਸਾਡੀਆਂ ਗੌਰਮੈਂਟਾਂ ਦੀ, ਕਿ ਵੋਟ ਲੈਣ ਲਈ ਵਧੀਆ ਚੀਜ਼ਾਂ ਫਾਇਦੇ ਤਾਂ ਗਿਣਾ ਦਿੰਦੀ ਆ, ਪਰ ਜੋ ਬਰਾਬਰ ਦੇ ਨੈਗੇਟਿਵ ਚੀਜ਼ਾਂ ਜਾਂ ਨੁਕਸਾਨ ਹੋਏ ਹੁੰਦੇ ਆ, ਉਹ ਕੋਈ ਵੀ ਗੌਰਮੈਂਟ ਨਹੀਂ ਦੱਸਦੀ, ਚਾਹੇ ਅਸੀਂ ਹੁਣ ਜਾਂ ਚਾਹੇ ਪਿਛਲੀਆਂ ਦੀ ਗੱਲ ਕਰੀਏ। ਸਭ ਦਾ ਇੱਥੇ ਇੱਕੋ ਹਾਲ ਹੀ ਆ। ਕੁਛ ਹੋਰ ਚੀਜ਼ਾਂ ਮੈਂ ਤੁਹਾਨੂੰ ਦੱਸਣੀਆਂ ਚਾਹੂੰਗਾ। ਇੱਕ ਸਟੂਡੈਂਟ ਵਰਕ ਸੈਕਸ਼ਨ ਨੈਟਵਰਕ ਨਾਂ ਦੀ NGO ਆ, ਉਹਦੀ ਇੱਕ ਵਲੰਟੀਅਰ ਆ ਪ੍ਰੀਤੀ ਸਿੰਘ, ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਮਤਲਬ ਆਮ ਸਾਡੀਆਂ ਜੋ ਅਥਾਰਟੀਆਂ ਸੀਗੀਆਂ, ਜਿਵੇਂ ਡਿਸਟ੍ਰਿਕਟ ਮੈਜਿਸਟ੍ਰੇਟਸ ਹੋ ਗਏ, ਇਹਨਾਂ ਨਾਲ ਰਲ ਕੇ ਮਤਲਬ ਜ਼ਿਲ੍ਹੇ ਪੱਧਰਾਂ 'ਤੇ ਕੰਮ ਕੀਤਾ, ਗਰਾਊਂਡ ਲੈਵਲ 'ਤੇ ਲੋਕਾਂ ਨਾਲ ਕੰਮ ਕੀਤਾ। ਤਾਂ ਉਹਨਾਂ ਦਾ ਕਹਿਣਾ ਕਿ ਐ ਫੀਲ ਹੁੰਦਾ ਸੀ ਵੀ ਲੋਕਡਾਊਨ ਦੇ ਬਾਰੇ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨੂੰ ਹੀ ਪਤਾ। ਜਿਹੜੇ ਵੀ ਕਹਿੰਦੇ ਅਸੀਂ DCs ਨਾਲ ਕੰਮ ਕਰਦੇ ਸੀ ਜਾਂ ਲੋਕਲ ਅਥਾਰਟੀਜ਼ ਨਾਲ ਕੰਮ ਕਰਦੇ ਸੀ, ਉਹਨਾਂ ਅਥਾਰਟੀਜ਼ ਨੂੰ ਹੀ ਨਹੀਂ ਸੀ ਪਤਾ ਹੁੰਦਾ ਵੀ ਅਸੀਂ ਅਗਲੇ 24 ਘੰਟਿਆਂ 'ਚ ਕੀ ਐਕਸ਼ਨ ਲੈਣਾ ਜਾਂ ਲੋਕਡਾਊਨ ਦੀ ਰਣਨੀਤੀ ਕੀ ਹੋਊਗੀ। ਤਾਂ ਕਹਿੰਦੀ ਬਸ ਉਹਨੂੰ ਅਸੀਂ ਤਾਨਾਸ਼ਾਹ ਤਾਂ ਖੈਰ ਨਹੀਂ ਕਹਿ ਸਕਦੇ, ਸਾਡੇ ਲੋਕਤੰਤਰ ਦੇ ਐਂਟੀ ਸ਼ਬਦ ਹੋ ਜਾਊਗਾ, ਪਰ ਇੱਕ ਬਹੁਤ ਹੀ ਇੱਕ ਇਨਸਾਨ ਦਾ ਲਿਆ ਫੈਸਲਾ ਜਾਂ ਇੱਕ ਸੈਂਟਰ 'ਚ ਬੈਠੀ ਗੌਰਮੈਂਟ ਦਾ ਲਿਆ ਹੀ ਫੈਸਲਾ ਸੀ। ਸਟੇਟ ਗੌਰਮੈਂਟਾਂ ਨੂੰ ਜਾਂ ਡਿਸਟ੍ਰਿਕਟ ਮੈਨੇਜਮੈਂਟ ਸੀਗੀਆਂ ਸਾਡੀਆਂ, ਉਹਨਾਂ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਸੀ ਪਤਾ। ਨਾਲੇ ਜੇ ਤੁਸੀਂ ਸਰਕਾਰ ਦੀ ਕੋਈ ਸਕੀਮ ਹੈ, ਜੀ ਬਿਲਕੁਲ, ਜੇ ਤੁਸੀਂ ਉਹਨੂੰ ਧਰਾਤਲ ਪੱਧਰ ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਫਿਰ ਡਿਸਟ੍ਰਿਕਟ ਮੈਨੇਜਮੈਂਟ DC ਜਿਹੜੇ ਹੁੰਦੇ ਆ, ਉਹ ਬਹੁਤ ਸਭ ਤੋਂ ਪਹਿਲਾਂ ਭੂਮਿਕਾ ਤਾਂ ਸਟੇਟ ਗੌਰਮੈਂਟਾਂ ਤੱਕ ਪਹੁੰਚਾਉਣੀ ਪਊਗੀ, ਕਿਉਂਕਿ ਹਰੇਕ ਸਟੇਟ ਦਾ ਵਾਤਾਵਰਨ ਜਾਂ ਹਾਲਾਤ ਸਭ ਦੇ ਅਲੱਗ-ਅਲੱਗ ਆ। ਤਾਂ ਉਹਨਾਂ ਨੇ ਆਪਦੇ ਅਨੁਕੂਲ ਉਹਨੂੰ ਬਣਾਉਣ ਲਈ ਡਿਸਟ੍ਰਿਕਟ 'ਚ ਉਵੇਂ ਸਟਰਕਚਰ ਰੈਡੀ ਕੀਤੇ ਹੁੰਦੇ ਆ। ਤਾਂ ਪਹਿਲਾਂ
ਸੈਂਟਰ ਤੋਂ ਬਾਅਦ ਸਟੇਟ ਤੋਂ ਬਾਅਦ ਮੈਜਿਸਟ੍ਰੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਉਹ ਚੀਜ਼ਾਂ ਪਹੁੰਚਾਉਣੀਆਂ ਪੈਣਗੀਆਂ, ਫਿਰ ਹੀ ਸਾਰਾ ਕੁਝ ਫੈਡਰਲ ਸਿਸਟਮ ਦੇ ਅਕੋਰਡਿੰਗ ਚੱਲਦਾ ਹੁੰਦਾ। ਜੇ ਅਸੀਂ ਗੱਲ ਕਰੀਏ ਇੱਥੇ ਮਿਨਿਸਟਰੀ ਆਫ ਲੇਬਰ ਐਂਡ ਇੰਪਲੋਇਮੈਂਟ ਦੀ, ਮਤਲਬ ਲੇਬਰ ਤੇ ਇੰਪਲੋਇਮੈਂਟ ਮਹਿਕਮਾ, ਜਿਹਦੀ ਮੁੱਖ ਭੂਮਿਕਾ ਹੁੰਦੀ ਆ ਜੋ ਵੀ ਸਾਡੇ ਇੰਪਲੋਇਜ਼ ਆ ਦੇਸ਼ ਦੇ ਜਾਂ ਸਾਡੀ ਲੇਬਰ ਕਮਿਊਨਿਟੀ ਆ ਦੇਸ਼ ਦੀ, ਕੰਮ ਕਰਨ ਵਾਲੀ ਜਮਾਤ ਹੋ ਗਈ ਦੇਸ਼ ਦੀ, ਉਹਨਾਂ ਦੇ ਜੋ ਰਾਈਟਸ ਆ ਉਹਦੇ ਬਾਰੇ ਮਤਲਬ ਉਹਨਾਂ ਨੂੰ ਬਚਾਉਣਾ ਉਸ ਮਹਿਕਮੇ ਦੀ ਜ਼ਿੰਮੇਵਾਰੀ ਹੁੰਦੀ ਆ, ਪਹਿਲੀ ਜ਼ਿੰਮੇਵਾਰੀ ਹੁੰਦੀ ਆ। ਪਰ ਉਸ ਮਹਿਕਮੇ ਦੇ ਮੁਖੀ ਦਾ ਵੀ ਇਹੀ ਕਹਿਣਾ ਕਿ ਸਾਨੂੰ ਲੋਕਡਾਊਨ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਹਾਲਾਂਕਿ ਇਹ ਜਾਣਕਾਰੀ ਅਸੀਂ ਖੁਦ ਹੀ ਨਹੀਂ ਦੱਸ ਰਹੇ, ਇਹ ਜਾਣਕਾਰੀ ਉਹਨਾਂ ਮਹਿਕਮਿਆਂ ਵੱਲੋਂ ਦੱਸੀ ਹੋਈ ਆ। BBC ਨੇ ਜੋ ਵੀ RTIਆਂ ਫਾਈਲ ਕੀਤੀਆਂ ਸੀ ਉਹਨਾਂ ਦੇ ਅਕੋਰਡਿੰਗ ਇਹ ਜਾਣਕਾਰੀ ਬਾਹਰ ਨਿਕਲੀ ਹੋਈ ਹੈ। ਤੇ ਪਰਮਜੀਤ ਜੀ, ਹੁਣ ਸਮਾਂ ਵੀ ਵੱਧ ਰਿਹਾ ਅੱਗੇ, ਤੇ ਮੈਂ ਇੱਕ ਲੋਕਡਾਊਨ ਦਾ, ਚਲੋ ਪਹਿਲਾਂ ਤਾਂ 500 ਕੇਸ ਸੀਗੇ ਤੇ ਇਹ ਵੀ ਨਹੀਂ ਪਤਾ ਸੀ ਮਹਾਮਾਰੀ ਕਿੰਨੀ ਕੁ ਖਤਰਨਾਕ ਹੈ, ਕਿਵੇਂ ਹੈ, ਚਲੋ ਲੋਕਡਾਊਨ ਲਗਾਤਾ। ਹੁਣ ਜਿਹੜਾ ਲੋਕਡਾਊਨ ਹੁੰਦਾ ਜਾਂ ਹੁਣ ਕਰੋਨਾ ਦੀਆਂ ਗਾਈਡਲਾਈਨਸ ਆਉਂਦੀਆਂ, ਉਹ ਕਰੋਨਾ ਧਾਰਮਿਕ ਸਮਾਗਮ ਤੇ ਨਹੀਂ ਹੁੰਦਾ ਜੀ, ਬਿਲਕੁਲ, ਤੇ ਕਰੋਨਾ ਸਿਆਸੀ ਰੈਲੀਆਂ 'ਚ ਵੀ ਨਹੀਂ ਹੁੰਦਾ ਹੈ, ਤੇ ਕਰੋਨਾ ਬੱਸਾਂ 'ਚ ਵੀ ਨਹੀਂ ਹੁੰਦਾ, ਟ੍ਰੇਨਾਂ 'ਚ ਹੁੰਦਾ ਜੀ, ਬਿਲਕੁਲ। ਤੇ ਕਰੋਨਾ ਕੰਮਾਂ ਕਾਰਾਂ 'ਚ ਕਿਉਂ ਹੁੰਦਾ ਹੈ ਹੁਣ ਵੀ, ਪ੍ਰਭਾਵਿਤ ਕਿਉਂ ਕਰਦਾ ਤੇ ਵੀ ਹੋਰਾਂ ਇਕੱਠਾਂ ਨੂੰ ਪ੍ਰਭਾਵਿਤ ਨਹੀਂ ਕਰਦਾ? ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਦੇਖਣ ਨੂੰ ਮਿਲ ਰਹੇ ਆ, ਮੀਮ ਕਹਿੰਦੇ ਆ ਜਿਹਨੂੰ ਅਸੀਂ, ਉਹ ਦੇਖਣ ਨੂੰ ਮਿਲ ਰਹੇ ਆ। ਜਿਵੇਂ ਤੁਸੀਂ ਕਿਹਾ ਕਿ ਕਰੋਨਾ ਬਹੁਤ ਹੀ ਸਮਝਦਾਰ ਪ੍ਰਾਣੀ ਆ, ਜਿੱਥੇ ਜਿੱਥੇ ਇਲੈਕਸ਼ਨ ਹੁੰਦੀ ਆ ਉਹਨਾਂ ਸਟੇਟਾਂ 'ਚ ਉਹ ਗਾਇਬ ਹੋ ਜਾਂਦਾ, ਜਿੱਥੇ ਕਿਤੇ ਅੰਦੋਲਨ ਚੱਲਦਾ ਹੁੰਦਾ ਉੱਥੇ ਜਾ ਕੇ ਵਿੱਚ ਜਾ ਕੇ ਉਹ ਬੈਠ ਜਾਂਦਾ। ਪਤਾ ਨਹੀਂ ਤਾਂ ਅੰਦੋਲਨਕਾਰੀਆਂ ਦੀ ਹਮਾਇਤ ਕਰਨ ਜਾਂਦਾ ਹੁੰਦਾ, ਪਤਾ ਨਹੀਂ ਉਹ ਸਰਕਾਰ ਦੀ ਹਮਾਇਤ ਕਰਨ ਜਾਂਦਾ ਹੁੰਦਾ, ਕੁਝ ਸਮਝ ਨਹੀਂ ਆ ਰਿਹਾ। ਬਹੁਤ ਲੋਕ, ਇਹੀ ਕਾਰਨ ਹੋਇਆ ਕਿ ਬਹੁਤ ਲੋਕ ਅੱਜ ਇਹ ਆਵਾਜ਼ਾਂ ਉਠਾ ਰਹੇ ਆ ਕਿ ਕਰੋਨਾ ਜਾਂ ਉਸ ਦੀ ਵੈਕਸੀਨ ਗੌਰਮੈਂਟ ਨੇ ਆਪਦੇ ਫਾਇਦਿਆਂ ਲਈ ਇੱਕ ਇਸ਼ੂ ਬਣਾਇਆ ਹੋਇਆ। ਹਾਲਾਂਕਿ ਕਰੋਨਾ ਨਾਮ ਦੀ ਉਹਨਾਂ ਦਾ ਕਹਿਣਾ ਕਿ ਕੋਈ ਚੀਜ਼ ਜਾਂ ਬਿਮਾਰੀ ਹੈ ਹੀ ਨਹੀਂ। ਜਿਵੇਂ ਆਪਾਂ ਇੱਕ ਪਿਛਲੀ ਵੀਡੀਓ 'ਚ ਇੱਕ ਡਾਕਟਰ ਦੀ ਜ਼ਿਕਰ ਕੀਤਾ ਸੀ ਕਿ ਉਹ ਕਹਿ ਰਹੇ ਸੀ ਕਿ ਵੈਕਸੀਨ ਇੱਕ ਸਿਰਫ ਢੋਂਗ ਆ। ਤੇ ਹੁਣ ਦੀਆਂ ਜੋ ਜੇ ਅਸੀਂ ਅਫੀਸ਼ੀਅਲ ਗਾਈਡਲਾਈਨ ਦੇਖੀਏ ਤਾਂ RBI ਨੇ ਕਿਹਾ ਕਿ ਅਗਲਾ ਲੋਕਡਾਊਨ ਲਾਉਣ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਸਾਡੀ ਅਰਥ ਵਿਵਸਥਾ ਇੰਨੀ ਟੁੱਟ ਚੁੱਕੀ ਆ। ਜਿਹੜਾ ਪਹਿਲਾਂ ਲੋਕਡਾਊਨ ਲਾਇਆ ਸੀ, ਜਦੋਂ ਮਾਰਚ 24 2020 ਦੀ ਗੱਲ ਮੈਂ ਕਰਦਾ, ਤਾਂ ਅਰਥ ਵਿਵਸਥਾ ਲਈ ਫਾਈਨਾਂਸ ਮਿਨਿਸਟਰੀ ਜ਼ਿੰਮੇਵਾਰ ਹੁੰਦੀ ਆ। ਫਾਈਨਾਂਸ ਮਿਨਿਸਟਰ ਖੁਦ BJP ਦੀ ਆ, ਜਾਂ ਜਿੰਨੇ ਅਸੀਂ ਮਹਿਕਮਿਆਂ ਦੀ ਗੱਲ ਕੀਤੀ ਆ ਸਭ ਦੇ ਮੰਤਰੀ BJP ਦੇ ਆ। ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਜਾਂ ਫਾਈਨਾਂਸ ਮਿਨਿਸਟਰੀ ਦੀ RTI ਫਾਈਲ ਕਰਨ ਤੇ ਵੀ ਜਵਾਬ ਇਹੀ ਆਇਆ ਕਿ ਉਹਨਾਂ ਨੂੰ ਵੀ ਇਸ ਵਿਸ਼ੇ 'ਚ ਕੋਈ ਜਾਣਕਾਰੀ ਨਹੀਂ ਸੀ। ਤਾਂ ਅਸੀਂ ਸੋਚ ਸਕਦੇ ਹਾਂ ਵੀ ਇੱਕ 140 ਕਰੋੜ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਤੇ ਇੱਕ ਫੈਸਲਾ ਲੈਣਾ, ਸਭ ਤੋਂ ਕਠੋਰ ਲੋਕਡਾਊਨ ਦਾ ਫੈਸਲਾ ਲੈਣ ਲਈ ਕਿੰਨੀ ਕੁ ਚਰਚਾ ਹੋਈ ਤੇ ਕਿੰਨੇ ਕੁ ਵਿਸ਼ਿਆਂ ਤੇ ਗੱਲ ਹੋਈ। BBC ਦਾ ਕਹਿਣਾ ਕਿ ਉਹਨਾਂ ਨੇ ਇਸ ਵਿਸ਼ੇ ਤੇ ਸਰਕਾਰ ਦਾ ਪੱਖ ਰੱਖਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਚਿੱਠੀ ਭੇਜੀ ਹੋਈ ਆ ਤੇ ਪ੍ਰਕਾਸ਼ ਜਾਵੜੇਕਰ ਜੀ ਨੂੰ ਵੀ ਮਤਲਬ ਚਿੱਠੀ ਭੇਜੀ ਹੋਈ ਆ, ਪਰ ਜਾਵੜੇਕਰ ਸਾਹਿਬ ਨੇ ਇੰਟਰਵਿਊ ਦੇਣ ਲਈ ਹਜੇ ਤੱਕ ਕੋਈ ਸਹਿਮਤੀ ਨਹੀਂ ਪ੍ਰਗਟਾਈ। ਤਾਂ ਇਹ ਸਾਰੀ ਜਾਣਕਾਰੀ BBC ਨੂੰ ਪਹਿਲਾਂ ਜਨਤਕ ਕਰਨੀ ਪਈ। ਕੁੱਲ ਮਿਲਾ ਕੇ ਪਰਮਜੀਤ ਜੀ, ਆਪਣੀ ਇਸ ਵਿਚਾਰ ਚਰਚਾ ਦਾ ਜਿਹੜਾ ਨਿਕਲਦਾ ਹੈ ਜਿਹਨੂੰ ਕਹਿੰਦੇ ਸਿੱਟਾ, ਹਾਂ, ਉਹ ਇਹ ਨਿਕਲਦਾ ਵੀ 140 ਕਰੋੜ ਦੀ ਆਬਾਦੀ ਵਾਲਾ ਜਿਹੜਾ ਦੇਸ਼ ਹੈ ਜੀ, ਬਿਲਕੁਲ, ਉਹਨੂੰ ਕਹਿਣ ਨੂੰ ਤਾਂ ਸਰਕਾਰ ਚਲਾ ਰਹੀ ਹੈ, ਬਹੁਤ ਸਾਰੇ ਮੰਤਰੀ ਰਲ ਕੇ ਚਲਾ ਰਹੇ ਹੈ, ਪਰ ਲੱਗਦਾ ਇਹੋ ਜਿਹੇ ਇਹ ਦੇਸ਼ ਦੇ ਵਿੱਚ ਜਿਹੜਾ ਵੀ ਫੈਸਲਾ ਲਿਆ ਜਾਂਦਾ, ਐਡਾ ਗੰਭੀਰ ਫੈਸਲਾ ਤੇ ਐਡਾ ਕਠੋਰ ਫੈਸਲਾ ਜਦੋਂ ਲਿਆ ਗਿਆ, ਉਦੋਂ ਕਿਸੇ ਨੂੰ ਨਹੀਂ ਪੁੱਛਿਆ ਗਿਆ, ਤਾਂ ਸਿਰਫ ਇਹ ਪ੍ਰਧਾਨ ਮੰਤਰੀ ਨੇ ਬਸ ਫੈਸਲਾ ਲੈ ਲਿਆ ਸੋ ਲੈ ਲਿਆ, ਕਰ ਦਿਆ ਨਾ ਉਹ, ਹੈ ਨਾ ਭਾਈਓ ਔਰ ਬਹਿਣੋ, ਕਰ ਦਿਆ। ਤੇ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਕਿਵੇਂ ਲੱਗੀ, ਇਹਦੇ ਬਾਰੇ ਵੀ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਜਾ ਕੇ ਸਾਨੂੰ ਕਮੈਂਟ ਕਰੋ। ਤੇ ਜੇਕਰ ਤੁਸੀਂ ਕੋਈ ਸਾਡਾ ਕਿਸੇ ਹੋਰ ਵਿਸ਼ੇ ਤੇ ਸਾਡੇ ਵਿਚਾਰ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਅਸੀਂ ਉਹ ਸਾਨੂੰ ਲਿਖੋ ਤੇ ਅਸੀਂ ਪਰਮਜੀਤ ਜੀ ਤੋਂ ਉਹਨਾਂ ਦੇ ਬਾਰੇ ਵੀ, ਉਸ ਮੁੱਦੇ ਬਾਰੇ ਵੀ ਤੱਥਾਂ ਸਹਿਤ ਅਸੀਂ ਗੱਲਬਾਤ ਕਰਾਂਗੇ। ਸਾਡੇ ਚੈਨਲ ਨੂੰ ਤੁਸੀਂ ਜਿਹੜਾ ਅਨਮੁੱਲਾ ਸਮਾਂ ਦਿੱਤਾ ਉਹਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।